सारी संगत के चरणों च बेनती है कि दुनियावी गल्लां बातां दे उत्ते थोड़ा जिहा विश्राम लगाया जाए। क्योंकि गुरबाणी का वचन है विच संगत हर प्रभ बसै जीव। जदों असीं संगत विच आ जांदे हां ना तां उत्थे हल्कियां कथा कहानियां गुरमीत सुनाई। फिर उत्थे रब दीयां बातां होंदियां, रब के प्यारियां दीयां बातां होंदियां। चलो आपां मेल विचार वल आइए। बिलावल महला पंजवां। ताती वाव न लागे पार ब्रह्म शरणाई। चौगिर्द हमारे राम का दुख लगे न पाई। सतगुर बुरा भेटिया जिन बनत बनाई। राम नाम आखर दिया कंज लाई। राख लिए बिन राखण हार सब ब्याग मिटाई। कह नानक कृपा पई प्रभ पै सहाय। कह नानक कृपा पई प्रभ पै सहाय। जदों असीं संगत विच आके बैठते हैं, संगत विच बैठण दा जिहड़ा प्रयोजन है, the concept of joining the sacred company, वो ये है कि असीं संगत विच बैठ के अकाल पुरख वाहिगुरू जी दे गुणगान करने, गुरु की सिफत सलाह करनी है। बाकी दुनियावी धंधे छड़ देने। क्योंकि जो संगत विच आके असीं जुड़ जाते हैं ना, कि साडा जिहड़ा संबंध है वो सच नाल जुड़ जाता है। असीं झूठ दे नाल टुट जाते हैं। सच की है? सच एक काल पुरख वाहिगुरू जी है, परमात्मा का नाम सच। बाकी दुनिया का जितना भी पसारा हो झूठ है। क्योंकि गुरबाणी वचन करती है कूड़ राजा कूड़ प्रजा कूड़ सब संसार। ये जितना भी पसारा ब्रह्मांड का है वो उस सच्चे दे विचों निकले कि सच्चे दे विच ही समा जाना। इन्हों इदां समझिए कि एक बीज दे विचों विशाल पौधे का जन्म होया ते वो जिहड़ा पौधा है अंत नूं ओहदा अंतिम जिहड़ी मंजिल है वो बीज है। बीज तो बनया सी, बीज ते खत्म। जब उद्गत करा करता प्रजा तत्ता दे जब आकर कर कहो तुम मैं मिलकर दे तरसे। सब ओहदे विच मिले, सब ओहदे विच लीन हो गए। बेअंत नदियां निकलदियां ने, बेअंत दरिया निकलदे ने, पर अंत नूं लीन वो सागर विच हो जाते। इस करके महापुरखों ने बाबा ईश्वर सिंह की वचन करया करते सन, इको नूं सिमर लो, इको दे अगे अरदास करो, इको दी सेवा करो, क्योंकि सब कुछ एक दा वसारा। मिलता जुलता वचन बाबा नानक सिंह जी भी करते सन कि ये सारा निरंकार दा वसारा। ओदे हुक्म दे विच, ओदी रहमत दे विच ही सब कुछ बनया। हर एक चीज की कंस्ट्रक्शन हुई है।
ਜਦੋਂ ਅਸੀਂ ਸੰਗਤ ਵਿੱਚ ਬੈਠਦੇ ਹਾਂ ਸਿਰਫ ਅਸੀਂ ਉਸ ਇੱਕ ਦੀ ਗੱਲ ਕਰੀਏ, ਇੱਕ ਦੀ ਗੱਲ ਸੁਣੀਏ, ਇੱਕ ਦੇ ਬਾਰੇ ਬੋਲੀਏ, ਕਿਉਂਕਿ ਗੁਰਮੁਖ ਦਾ ਜਿਹੜਾ ਜੀਵਨ ਹੈ ਸਿਰਫ ਇੱਕ ਤੇ ਟਿਕਿਆ ਹੈ। ਤੇ ਜਦੋਂ ਅਸੀਂ ਮਹਾਂਪੁਰਖਾਂ ਦਾ ਜੀਵਨ ਸਾਖੀਆਂ ਸੁਣਦੇ ਹਾਂ, ਸੰਗੀਆਂ ਦੇ ਕੋਲੋਂ ਬਾਤਾਂ ਸੁਣਦੇ ਹਾਂ, ਤੇ ਬਾਬਾ ਜੀ ਹੁਣੇ ਸਿਰਫ ਇੱਕ ਦੀ ਗੱਲ ਕਰੀ, ਉਸ ਤੋਂ ਬਿਨਾਂ ਕੁਝ ਨਹੀਂ, ਕਿਉਂਕਿ ਸੱਚ ਹੈ ਨਾ, ਇੱਕ ਤੋਂ ਬਿਨਾਂ ਸਭ ਕੁਝ ਕੱਚ ਹੈ, ਅੱਜ ਹੈ ਕੱਲ ਨਹੀਂ ਹੈ। ਆਓ ਉਸ ਇੱਕ ਦੇ ਚਰਨਾਂ ਵਿੱਚ ਜੁੜ ਕੇ ਅਰਦਾਸ ਕਰੀਏ ਤੇ ਫਤਿਹ ਨਾਲ ਪਾਈਏ ਸਾਂ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਤੀ ਭਾਉ ਨ ਲੱਗੇ ਪਾਰ ਬ੍ਰਹਮ ਸ਼ਰਨ। ਜਦੋਂ ਅਸੀਂ ਇੱਕ ਦੀ ਸ਼ਰਨ ਵਿੱਚ ਚਲੇ ਜਾਂਦੇ ਹਾਂ, ਸਾਨੂੰ ਕੋਈ ਤਤੀ ਬਾਤ, ਸਾਨੂੰ ਕੋਈ ਦੁੱਖ, ਸਾਨੂੰ ਕੋਈ ਮੁਸੀਬਤ ਛੋ ਨਹੀਂ ਸਕਦੀ। ਕਸ਼ੇ ਪੁਸ਼ਟ ਉਪਦਤ ਪਸ਼ੇ ਸਿਰ ਨਾ ਗੀਦਰ ਪੁਜੋ ਮੇਸੋ ਆਪ ਗੁਜ਼ਰ। ਜਫਰਨਾਮਾ ਸਾਹਿਬ ਦੇ ਵਿੱਚ ਧੰਨ ਧੰਨ ਕਲਗੀਆਂ ਵਾਲੇ ਸ਼ਹਿਨਸ਼ਾਹ ਕਹਿੰਦੇ ਨੇ ਜੰਗਲ ਦੇ ਵਿੱਚ ਭੇਡਾਂ, ਬੱਕਰੀਆਂ, ਹੋਰ ਵੀ ਬਹੁਤ ਜਾਨਵਰ ਨੇ। ਕਹਿੰਦੇ ਜਿਹਦੀ ਮਿੱਤਰਤਾ, ਜਿਹਦੀ ਯਾਰੀ ਸ਼ੇਰ ਦੇ ਨਾਲ ਪੈ ਜਾਂਦੀ ਹੈ ਨਾ, ਉਹ ਭੇਡਾਂ ਬੱਕਰੀਆਂ ਤੋਂ ਮਿਲ ਰਿਹਾ। ਇਹ ਗੱਲ ਦਾ ਅੜੰਗਾ ਔਰੰਗਜ਼ੇਬ ਨੂੰ ਦੇ ਦੇਣਾ। ਕਹਿਣ ਦਾ ਮਤਲਬ ਜਿਸ ਮਨੁੱਖ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ, ਦੁੱਖ ਮੁਸੀਬਤਾਂ ਉਹਨੂੰ ਛੋ ਨਹੀਂ ਸਕਦੀਆਂ। ਗਰਮੀਆਂ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਨਾ, ਘਰਾਂ ਵਿੱਚ ਸਾਡੇ ਏਸੀ ਜਾਂ ਕੂਲਰ ਚੱਲਦੇ, ਬਾਹਰ ਜਿੰਨੀ ਮਰਜ਼ੀ ਗਰਮੀ ਹੋਵੇ, ਜਦੋਂ ਅਸੀਂ ਏਸੀ ਦੇ ਥੱਲੇ ਆ ਜਾਂਦੇ ਹਾਂ ਨਾ, ਏਸੀ ਕੋਲੇ ਆ ਜਾਂਦੇ ਆ, ਤੇ ਬਾਹਰ ਦੀ ਗਰਮੀ ਸਦਾ ਅਸਰ ਸਾਡੇ ਉੱਤੇ ਨਹੀਂ ਹੁੰਦਾ। ਅੱਗਾਂ ਵਾਲਿਓ, ਜਦੋਂ ਅਸੀਂ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਜਾਂਦੇ ਹਾਂ, ਫਿਰ ਦੁਨੀਆ ਦੀ ਕੋਈ ਤਾਕਤ, ਦੁਨੀਆ ਦੀ ਕੋਈ ਮੁਸੀਬਤ, ਦੁਨੀਆ ਦੀ ਕੋਈ ਮੁਸ਼ਕਲ, ਦੁਨੀਆ ਦੀ ਕੋਈ ਦੁੱਖ, ਦੁਨੀਆ ਦੀ ਕੋਈ ਤਕਲੀਫ ਦੀ ਇੰਨੀ ਹੈਸੀਅਤ ਨਹੀਂ ਹੈ ਕਿ ਗੁਰੂ ਨਾਨਕ ਦੀ ਸ਼ਰਨ ਆਇਆ ਨੂੰ ਆਪਣੇ ਅਸਰ, ਆਪਣੇ ਪ੍ਰਭਾਵ ਛੱਡੋ। ਕਿਉਂਕਿ ਜਦੋਂ ਅਸੀਂ ਗੁਰੂ ਨਾਨਕ ਦੇ ਦਰ ਦੇ ਨਾਲ ਜੁੜ ਗਏ, ਜਦੋਂ ਅਸੀਂ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਗਏ, ਸਾਡੀ ਜ਼ਿੰਦਗੀ ਦੇ ਅੰਦਰੋਂ ਦੁੱਖਾਂ, ਮੁਸੀਬਤਾਂ, ਕਲੇਸ਼ਾਂ ਦਾ ਨਾਸ਼ ਹੋਣਾ। ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਕਹਿੰਦੇ, ਤੁਸੀਂ ਉਸ ਇੱਕ ਦੀ ਸ਼ਰਨ ਵਿੱਚ ਚਲੇ ਜਾਓ ਜਿਸ ਨੇ ਇਸ ਦੁਨੀਆ ਨੂੰ ਆਸਰਾ ਦਿੱਤਾ ਹੋਇਆ। ਕਿਹਨੇ ਆਸਰਾ ਦਿੱਤਾ? ਗਿਆਨ ਧਿਆਨ ਕਿਛ ਕਰਨ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਗੁਰੂ ਨਾਨਕ ਦੀ ਸ਼ਰਨ ਵਿੱਚ ਆਇਆ, ਇੱਕ ਗੱਲ ਪੱਕੀ ਹੈ, ਜ਼ਿੰਦਗੀ ਦੇ ਅੰਦਰ ਤੁਹਾਨੂੰ ਕੋਈ ਦੁੱਖ ਨਹੀਂ ਆਏਗਾ। ਇੱਕ ਸਮਾਂ ਆਇਆ ਜਦੋਂ ਗੁਰੂ ਨਾਨਕ ਦੇ ਪਿਆਰ ਵਿੱਚ ਭੇਜੇ ਹੋਏ ਸਿੱਖ ਘਰਾਂ ਵਿੱਚ ਨਹੀਂ ਰਹਿ ਸਕਦੇ ਸੀ, ਘਰ ਛੱਡਣੇ ਪਏ, ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਬੈਠ ਕੇ ਗੁਜ਼ਾਰਾ ਕਰਨਾ ਪੈਂਦਾ, ਪੱਤੇ
ਦਰਖਤਾਂ ਦਾ ਛੇੜਨਾ ਖਾਣਾ ਪੈਂਦਾ, ਕਿਉਂਕਿ ਗੁਰੂ ਨਾਨਕ ਦੇ ਨਾਲ ਪਿਆਰ ਹੀ ਇੰਨਾ ਸੀ। ਤਾਂ ਘਰਾਂ ਵਿੱਚ ਬੱਚੇ ਤੇ ਬਜ਼ੁਰਗ ਹੋਇਆ ਕਰਦੇ ਸੀ, ਮਾਤਾਵਾਂ ਹੋਇਆ ਕਰਦੇ ਸੀ। ਮਾਤਾਵਾਂ ਤੇ ਬੱਚਿਆਂ ਨੂੰ ਵੀਰ ਮਨੂ ਨੇ ਜੇਲ੍ਹ ਵਿੱਚ ਡੱਕ ਦਿੱਤਾ, ਤਸ਼ੱਦਦ ਕੀਤੇ, ਕਿਉਂਕਿ ਗੁਰੂ ਨਾਨਕ ਦੇ ਨਾਲ ਪਿਆਰ ਸੀ। ਤੇ ਜਿਹਦਾ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਪਿਆਰ ਪੈ ਜਾਂਦਾ ਹੈ, ਫਿਰ ਉਹਨੂੰ ਕੋਈ ਦੁੱਖ ਤਕਲੀਫ ਉਹਨੂੰ ਟੱਚ ਨਹੀਂ ਕਰ ਸਕਦੀ। ਇੰਨਾ ਭਰੋਸਾ ਹੋਣਾ ਚਾਹੀਦਾ ਤੁਹਾਨੂੰ ਗੁਰੂ ਨਾਨਕ ਦੇ ਚਰਨਾਂ ਤੇ, ਇੰਨਾ ਇਤਵਾਰ ਹੋਣਾ ਚਾਹੀਦਾ ਹੈ। ਤੇ ਕਿਸੇ ਨੇ ਵੀਰ ਮੰਨੂ ਨੂੰ ਇਹ ਸਲਾਹ ਦਿੱਤੀ ਕਿ ਜਿਹੜੀ ਔਰਤ ਹੁੰਦੀ ਹੈ ਨਾ, ਜੇ ਉਹਦੀ ਮਮਤਾ ਦੇ ਉੱਤੇ ਕੋਈ ਅਸਰ ਕਰੇ, ਮਮਤਾ ਦੇ ਉੱਤੇ ਚੋਟ ਮਾਰੇ, ਤਾਂ ਹੋ ਸਕਦਾ ਹੈ ਤੇਰਾ ਮਿਸ਼ਨ ਕਾਮਯਾਬ ਹੋ ਜਾਏ, ਤੇਰਾ ਮਿਸ਼ਨ ਸਕਸੈਸਫੁਲ ਹੋ ਜਾਏ। ਵੀਰ ਮਨੂ ਦੇ ਜਲਾਦ ਆਉਂਦੇ ਨੇ, ਤੇ ਜਦੋਂ ਜਲਾਦ ਆਉਂਦੇ ਨੇ ਤੇ ਗੋਦੀ ਵਿੱਚ ਜਿਹੜੀ ਮਾਂ ਆਪਣੇ ਬੱਚੇ ਨੂੰ ਪਿਆਰ ਦੇ ਨਾਲ ਪੁਚਕਾਰ ਰਹੀ ਹੈ, ਤੇ ਗੋਦੀ ਵਿੱਚੋਂ ਬੱਚਾ ਚੁੱਕ ਲੈਂਦੇ ਆ। ਹੁਣ ਬੱਚਾ ਮਾਸੂਮ ਹੈ, ਸੋਚਦਾ ਕਿ ਇਹ ਮੈਨੂੰ ਪੜਾਉਣਗੇ, ਤੇ ਜਲਾਦ ਬੱਚੇ ਨੂੰ ਚੁੱਕ ਕੇ ਆਸਮਾਨ ਵੱਲ ਸੁੱਟਦਾ ਹੈ। ਬੱਚਾ ਸੋਚਦਾ ਹੈ ਕਿ ਏਦਾਂ ਹੀ ਮੇਰੇ ਬਾਪੂ, ਮੇਰਾ ਪਿਤਾ ਮੇਰੇ ਘਰ ਵਿੱਚ ਕਰਦਾ, ਉੱਤੇ ਨੂੰ ਸਿੱਟ ਕੇ ਤੇ ਬਾਅਦ ਵਿੱਚ ਗੋਦੀ ਵਿੱਚ ਚੁੱਕ ਲੈਂਦਾ ਹੈ, ਸ਼ਾਇਦ ਇਹ ਵੀ ਮੈਨੂੰ ਉਦਾਂ ਕਰੇਗਾ, ਪਰ ਨਹੀਂ। ਉੱਪਰ ਨੂੰ ਮਾਰਿਆ ਜਾਂਦਾ ਤੇ ਥੱਲੇ ਵਰਸ਼ਾ ਕਰ ਦਿੱਤਾ ਜਾਂਦਾ। ਮਾਸੂਮ ਕੋਮਲ ਸਰੀਰ ਵਰਸ਼ੇ ਦੇ ਵਿੱਚ ਵਿੰਨਿਆ ਜਾਂਦਾ, ਕੱਲੇ ਕੱਲੇ ਬੱਚੇ ਦੇ ਟੁਕੜੇ ਕਰ ਕਰਕੇ ਬੱਚਿਆਂ ਦੀਆਂ ਆਂਦਰਾਂ ਮਾਂ ਦੇ ਗਲਾਂ ਵਿੱਚ ਪਾ ਕੇ, ਗਲਾਂ ਵਿੱਚ ਹਾਰ ਬਣਾ ਕੇ ਪਾ ਦਿੱਤਾ ਜਾਂਦਾ ਹੈ। ਸ਼ਾਮ ਨੂੰ ਸੋਦਰ ਦਾ ਪਾਠ ਹੁੰਦਾ ਹੈ, ਮਾਤਾਵਾਂ ਅਰਦਾਸ ਕਰਦੀਆਂ। ਕੀ ਕਰਦੀਆਂ ਅਰਦਾਸ? ਤਾਤੀ ਵਾਉ ਨ ਲਗੇ ਪਾਰ ਬ੍ਰਹਮ ਸ਼ਰਨ। ਜਿਹਦਾ ਪਿਆਰ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਪੈ ਜਾਂਦਾ ਹੈ, ਉਹਨੂੰ ਜ਼ਿੰਦਗੀ ਚ ਕਦੇ ਦੁੱਖ ਝਾਕ ਵੀ ਨਹੀਂ ਸਕਦਾ। ਮਾਤਾਵਾਂ ਅਰਦਾਸ ਕਰਨਾ, ਇਹ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਗਲ ਵਿੱਚ ਬੱਚਿਆਂ ਦੀਆਂ ਆਂਦਰਾਂ ਦੇ ਹਾਰ, ਝੋਲੀ ਵਿੱਚ ਬੱਚਿਆਂ ਦੇ ਟੁਕੜੇ, ਅਰਦਾਸ ਕਰਦੀਆਂ ਨੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਚਾਰ ਪੈਰ ਰਹਿਣ ਤੇਰੇ ਭਾਣੇ ਅਤੇ ਸੁੱਖਾਂ ਵਿੱਚ ਬਤੀਤ ਹੋ। ਚਾਰ ਪੈਰ ਦਿਨ ਤੇਰੇ ਭਾਣੇ ਅਤੇ ਸੁੱਖਾਂ ਵਿੱਚ ਬਤੀਤ ਹੋਇਆ ਸੱਚੇ ਪਾਤਸ਼ਾਹ, ਚਾਰ ਪੈਰ ਰਹਿਣ ਤੇਰੇ ਭਾਣੇ ਅੰਦਰ ਸੁੱਖਾਂ ਵਿੱਚ ਬਤੀਤ ਹੋ ਗਏ। ਹੁਣ ਆਪ ਸ਼ੰਕਾਵਾਦੀ ਸੋਚੂਗਾ, ਗਾਲ ਵਿੱਚ ਬੱਚਿਆਂ ਦੀਆਂ ਆਂਦਰਾਂ, ਝੋਲੀ ਵਿੱਚ ਬੱਚਿਆਂ ਦੇ ਟੁਕੜੇ, ਤੇ ਫਿਰ ਵੀ ਸੁੱਖ। ਪਤਾ ਕਿਉਂ? ਕਿਉਂਕਿ ਪਿਆਰ ਗੁਰੂ ਨਾਨਕ ਦੇ ਚਰਨਾਂ ਨਾਲ ਸੀ। ਮੇਰੇ ਬਾਬਾ ਜੀ, ਬਾਬਾ ਨੰਦ ਸਿੰਘ ਜੀ ਮਹਾਰਾਜ, ਜਦੋਂ ਨਾਨਕਸਰ ਤੋਂ ਕਿਤੇ ਜਾਇਆ ਕਰਦੇ ਸਨ ਤੇ ਆਪਣੀ ਬਣਾਈ ਹੋਈ ਛੰਨ ਨੂੰ ਅੱਗ ਲਾਉਂਦੇ ਜਾਂਦੇ ਸੀ। ਪਤਾ ਕਿਉਂ ਲਾਉਂਦੇ ਸੀ? ਕਿਉਂਕਿ ਬਾਬਾ ਜੀ ਕਹਿੰਦੇ ਸੀ, ਮੇਰਾ ਗੁਰੂ ਨਾਨਕ ਦੇ ਚਰਨਾਂ ਨਾਲ ਇੰਨਾ ਕੁ ਪਿਆਰ ਹੋ ਜੇ, ਕਿਤੇ ਐਵੇਂ ਮੋਹ ਵਿੱਚ ਆ ਕੇ ਮੈਂ ਇਸ ਛੰਨ ਦੇ ਨਾਲ ਮੋਹ ਨਾ ਪਾ ਲਾਂ। ਮੇਰਾ ਮੋਹ ਗੁਰੂ ਨਾਨਕ ਦੇ ਚਰਨਾਂ ਨਾਲੋਂ ਰੱਤੀ ਭਰ ਵੀ ਟੁੱਟੇ ਨਾ। ਤੇ ਅੱਜ ਜੈ ਜੈਕਾਰ ਹੋ ਰਹੀ ਹੈ ਭਾਗਾਂ ਵਾਲੇ, ਅੱਜ ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ ਬਾਬਾ ਨੰਦ ਸਿੰਘ ਜੀ, ਬਾਬਾ ਈਸਰ ਸਿੰਘ ਜੀ ਦੇ ਚਰਨਾਂ ਨੂੰ ਪਿਆਰ ਕਰਦੇ ਨੇ, ਤੇ ਗੁਰੂ ਨਾਨਕ ਸਾਰੀਆਂ ਦਾਤਾਂ ਬਾਬਾ ਜੀ ਉਹਨਾਂ ਦੇ ਥਰੂ ਸਾਡੇ ਤੱਕ ਪਹੁੰਚਾਈ ਜਾਂਦੇ। ਤਾਤੀ ਬਹੁਤ ਲਗੇ ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮ ਕਾ ਦੁਖ ਲਗੇ ਨਾ ਭਾਈ।
चारे पासे मेरे गुरु नानक दा पसारा, चारे पासे मेरा गुरु नानक मेरे अंग संग है, गुरु मेरे संग सदा है नाले। तू घर विच बैठा है, तू दफ्तर च बैठा, तू किते मुश्किल च फसिया होया, गुरु नानक ने तेरी बांह फड़ी। गुरु नानक ने तेरे मोढे दे उत्ते अपनी किरपा दा मेहर भरिया हथ रखिया होया, तेनू दुख नहीं लग सकता। ते जे गल करिए अज दुखी क्यों आ, क्योंकि साडा भरोसा गुरु नानक तो टुटिया होया। साडे अंदर गुरु नानक दा भरोसा नहीं है। बाबा नानक सिंह जी को भरोसा करके देखो गुरु नानक दे, जे भरोसा करना सीखना गुरु ते की भरोसा होता है ते सिखो बाबा नानक सिंह। अपने मुर्शिद की सेवा करके दुनिया की कली कली ऐसो इसरत नूं ठोकर मार देनी सिखो बाबा ईश्वर सिंह जी। सानू दुनिया के अव्वल दर्जे के उस्ताद मिले हुए ने, सीखिए गुरु ते मुर्शिद दे उत्ते भरोसा किदां कीता जाए। ते बाबा ईश्वर सिंह जी कहते सी मालिक दे सेवक जदों सेवक अंदरों भेज के एक निगता दे नाल मालिक दी सेवा करता है, सेवक ते ओदे साईं विच कोई भेद नहीं रह जाता। बाबा नंद सिंह जी ने सेवा की गुरु नानक दी की, अज गुरु नानक ते बाबा नंद सिंह जी विच कोई भेद रहा, पर अख वेखण वाली चाहिए है। प्यार विच भेज के बाबा ईश्वर सिंह जी ने बाबा नंद सिंह जी की सेवा की बाबा नंद सिंह जी ते बाबा ईश्वर सिंह जी च अज कोई भेद है, पर प्यार विच भेज के हर वक्त उस मुर्शिद नूं अपने यार को हर वक्त अपने नेड़े समझना, सदा अंग संगे अभंगम विभूते, उन्होंने हमेशा कोले समझना, उन्होंने नजदीक समझना। कह रविदास हाथ पै नेड़े सहजे हुए सो, उन्होंने नेड़े समझना। चारे पासे हर वक्त तेरे वेख, कोई गलती करिए सोचिए मन च बाबा ईश्वर सिंह जी डांग ले खड़े ने, ते जे कोई गलती करांगा तां मेरे लिए गलत हो जाएगा। महसूस करना पैना, अंदरों भेज के महसूस करना पैना, बाबा जी हुणे मेरे नाल ने, बाबा जी हुणे मेरे कल्ले कल्ले विपता दे विच मेरी राखी करदे ने, हर औकड़ विच मेरे साथ खड़े ने, मेरी बेड़ी पार ला रहे ने। महसूस करना जितना साडे अंदर ये भावना बन गई, जितना ये सोच साडे अंदर बन गई, भागा वालियो साडी जिंदगी दे बेड़े पार हो जाए। सतगुर पूरा भेटिया जिन बढ़ते बढ़ा, मैनू सच्चा सतगुरु मिल गया जिन्हें मेरी जिंदगी की घाट मैनू जिउना सिखा दिया। क्योंकि जदों असी गुरु साहब जी का कला कला उपदेश अपने जीवन च धारण करके गुरु आशे मुताबिक अपनी जिंदगी जिउनी शुरू कर देते, फिर साडी घाट घड़ी जानी है। किथे घड़ी है सुरत मत मन बुद्ध, किथे घड़ी है सुरा सिद्धां की सुध, फिर साडी घाट घड़ी। फिर की हो गया जदों साडी घाट घड़ी गई, बलिहारी गुर अपने दिहाड़ी सतबार, जिन मानस दे देवते किए करत न लागी। मेरे गुरु ने घाट घड़ के शराबी तो देवता बना दिया। मेरे गुरु ने घाट घड़ के बेकारी तो देवता बना दिया। क्योंकि देवते का मतलब की होता सत्कार योग हस्ती,
देवता भुल गया। ਜਿਹਨੂੰ ਕੋਈ ਮੂੰਹ ਨਹੀਂ ਲਾਉਂਦਾ ਸੀ ਉਹਨੂੰ ਵੀ ਹੁਣ ਕੋਈ ਗੁਰਮੁਖ ਪਿਆਰਾ ਜਦ ਕਹਿ ਕੇ ਬੁਲਾਉਂਦਾ। ਜਿਹੜਾ ਸੋਚਦਾ ਸੀ ਵੀ ਨਸ਼ੇ ਕਰਕੇ ਕਿਤੇ ਮੈਂ ਤੋਂ 10 ਰੁਪਏ ਨਾ ਮੰਗ ਲੈ ਨਸ਼ੇ ਦੀ ਖਾਤਰ, ਹੁਣ ਉਹ ਵੀ ਹੱਥ ਜੋੜ ਕੇ ਨਮਸਕਾਰ ਕਰਦਾ। ਸੱਜਣ ਨੂੰ ਸਾਰੀ ਦੁਨੀਆ ਠੱਗ ਠੱਗ ਕਹਿ ਕੇ ਬੁਲਾਉਂਦੀ ਸੀ। ਗੁਰੂ ਨਾਨਕ ਨੇ ਤਰਸ ਕਰਕੇ ਉਹਨੂੰ ਵੀ ਸੰਤ ਸੱਜਣ ਬਣਾ ਦਿੱਤਾ। राम नाम औखद दिया एका लिवलाई, फिर वाहिगुरु जी का राम जी का नाम दे दिता, क्योंकि राम का परमात्मा वाहिगुरु जी का नाम ही साके सारे औगणा दी दवाई है, क्योंकि सर्व रोग का औखद नाम। जिन्ना भी बीमारियां, तन की बीमारी, मन की बीमारी, बुराइयां की बीमारी, हौमे की बीमारी, तृष्णा की बीमारी, औगणा की बीमारी है, जदों असी वाहिगुरु गुर मंत्र है जप हौमे कोई। भाई गुरदास कहता जदों वाहिगुरु का मंत्र असी मन विच ओदी दवाई वाहिगुरु के नाम की दवाई लैनी शुरू कर दी ना, साडी जिंदगी के सारे रोग निकल जाने। एका लिव लाई, फिर वाहिगुरु जी दे एक नाम दे विच साडी लिव लग जानी। क्योंकि गल तां बिरती दी है। राह दे विच यही गल्लां यही विचार चलदियां सी बाबा जी दे नाल कि गल तां सारी बिरती दी है। कोई गुरुद्वारा साहिब बैठे बिरती माड़ी आ पाप इकट्ठे कर लैंदा, ते कोई घर विच बैठ के गुरु नानक नूं गुरु नानक जप जप के अपने पुण्य इकट्ठे कर लैंदा। कोई खेत विच हड़ वाह वाह के गुरु नानक दे घर दी खुशी प्राप्त कर लैंदा, ते किसे तो नहीं। क्योंकि बाबा जी कहते ने घर बैठा ही शाह मिले, जे नियत रास नीत सिद्धि होनी चाहिए, तेरी बिरती सिद्धि होनी चाहिए। जदों तेरे अंदर हर वक्त धन गुरु नानक वाहिगुरु वाहिगुरु का मंत्र चलता होएगा, चाहे तू दुख दे विच है, चाहे तू सुख दे विच है, चाहे किते भी है, गुरु नानक तेरी बांह नहीं छड्डणगे। साधु बचन करया करते सी, जदों असी सवेरे उठ के नितनेम करते हैं ना, तां असी गुरु दा पल्ला फड़ लैंदे हां। जदों सवेरे उठ के असी गुरु दा पल्ला फड़ लैंदे हां, जिंदगी च कोई विपता पैंदी है ते गुरु साडा साथ नहीं छड्डदा। जिवें भाई विधि चंद नूं आवे विच बैठे नूं धन गुरु हरगोबिंद सच्चे पातशाह ने अपने कड़ावे च लैके अग दा सेक नहीं लगन दिता। भागा वालिओ, जदों असी गुरु नानक दे चरनां विच भिज के धन गुरु नानक गुरु नूं याद करदे आ, ते गुरु भी सानू किसी विपता दे विच दुखी नहीं होंदे। पर करना पैना, भरोसा होना चाहिए। जिवें कईयां दे घरां दे विच मुसीबत आ जाए, कोई बड़ा अफसर होवे, ओदे नाल जान पछाण होवे तां फिकर घट जांदा। कोई गल नहीं, अपना अफसर लग्या होया ते आपां कह के अपना इस प्रॉब्लम का सॉल्यूशन कढ लांगे। भागां वालिओ, गुरु नानक दा दुनिया दा ब्रह्मंड दा सब तो बड़ा ऑफिसर है। ते जदों तुहाडे गुरु नानक दे चरनां नाल प्यार होएगा, कोई मुसीबत आएगी तां की कहोगे? नस बंजो किल वखो करता कर आया। मेरा गुरु नानक मेरे नाल है, इस करके पापो बुराइयों दुखो मेथों दूर रहो। तुसीं मैनूं छो नहीं सकते, क्योंकि नानक भगता सदा विवाद सुनिया भूख पापा। गुरु नानक दे भगत सदा खेड़े च रहिंदे ने, उन्हां नूं दुख टच भी नहीं कर सकते। रात लिए
ਲੀਏ ਤਿਨ ਰਾਖਣ ਹਾਰ ਸਭ ਵਿਆਹ ਮਿਟਾਈ। ਮੇਰੇ ਗੁਰੂ ਦਾ ਸੁਭਾਅ ਹੈ ਉਹ ਸਾਡੇ ਵਰਗੇ ਅਤਿਰਿਕਤ ਘੜਾਂ ਦੀ ਵੀ ਰਾਖੀ ਕਰਦਾ। ਉਹ ਰੱਖ ਲੈਂਦਾ, ਸਾਡੀ ਲਾਜ ਰੱਖਦਾ। ਇੱਕ ਅਰਦਾਸ ਪਾਠ ਕੀਰਤ ਗੁਰੂ ਰਾਮਦਾਸ ਰੱਖੋ ਸ਼ਰਨ। ਮੇਰੀ ਲਾਜ ਰੱਖ ਲੋ, ਮੈਨੂੰ ਆਪਣੀ ਸ਼ਰਨ ਚ ਰੱਖ ਲੋ। ਕਿਉਂਕਿ ਇਹੋ ਸੰਤ ਹੋਣ ਟੋਲ ਸਾਧ ਬੰਦੇ ਮੈਂ ਸਾਰੀ ਦੁਨੀਆ ਦੇਖ ਲਈ, ਮੈਂ ਚਾਰੇ ਗੁਨਾ ਭਾਲੀ ਤੁਧ ਜੀਵੜ ਨਾ ਸਾਈ। हे गुरु नानक मेरे साईं, बाबा नंद सिंह जी, बाबा ईश्वर सिंह जी, मैं दर दर दे उत्ते ठोकरा खा के देख लिया, दर दर दा कुत्ता मंगता बन के देख लिया, तेरे दर वर्गा कोई दर नहीं। इस करके मैनू अपने घर दे अपने दर दे उत्ते ढोई दे। एक खसम दे होके बैठ जाइए तो दुनिया दे विच साडी पग परवान हो जाती। दर दर दे उत्ते रुलण वालियां नूं दुहागण क्या करना। मैं गुरु नानक दी शरण विच आ गया, गुरु नानक ने मेरी पग रख ली। हिंदू धर्म दे विच साखी होती है महाभारत। कहते जदों द्रौपदी का चीर हरण हो रहा सी ना, तो उन्हें पंजा पांडवों को बेनती की कि मेरी पग रख। वेद व्यास को बेनती की मेरी पग रख। सारे बेनती की, किसी ने पग रख। ते फिर कृष्ण जी को बेनती की, तब कृष्ण जी ने उसकी लाज रखी। तब किसी ने द्रौपदी को पूछा कि तू पहले ही कृष्ण को क्यों नहीं त्याया? तो द्रौपदी कहती ये मेरी अज्ञानता सी, मैनू लगता सी मेरे पति मेरी लाज रखा, मैनू लगता सी मेरे बुजुर्ग मेरी लाज रखणगे, पर मैनू नहीं पता सी कि भगवान तो बिना इस दुनिया च किसी ने किसी की लाज नहीं रखनी। आपां रिश्तियां सकियां संबंधियां वड्डे वड्डे अफसरां दी ओट लै लईए, पर अंत विच गुरु नानक दे घर ने तुहाडी लाज रखनी। गुरु नानक दी लाज रखनी। गुरु नानक तो बिना साडी किसी ने बाह नहीं। गुरु नानक उत्थे सहाई है जिथे दुनिया ने तुहाडा साथ छड्डा। इसलिए राख लिए तिन राखण हार सब व्याध मिटाई। मेरी जिंदगी दे कष्ट उस रखण हारे ने रखे सब खत्म कर दिते। क्योंकि हुण मैं आनंद दे विच आनंद पिया मेरी माए सतगुरु मैं गुरु की प्राप्ति कर ली, गुरु नानक की प्राप्ति कर ली। हुण मेरी जिंदगी च आनंद ही आनंद है। कहो नानक कृपा भई प्रभ भय सहाय। हे नानक जी हुण मेरे उत्ते कृपा हो। क्यों? क्योंकि परमात्मा मेरा आसरा बन गया। हुण सोचण वाली गल है, परमात्मा का पहला भी आसरा सी, वाहिगुरू जी का पहला भी तेरा साथ दिंदा सी, ते हुण इह तैनूं क्यों एहसास होया कि वाहिगुरू मेरा साथ देगा, वाहिगुरू मेरा आसरा है, गुरु नानक मेरा सहारा है? क्योंकि मैनूं पता नहीं सी, मैनूं एहसास नहीं सी। मैं सारी उम्र ये सोचिया जिन्होंने जन्म दिता वो मेरा सहारा, जिहड़े मेरे भैन भरा
मेरे रिश्ते नाते वो सहारा ने। जदों मैं गुरु नानक के चरणों च गया ते गुरु नानक ने एक गल समझा दी कि सबना जियां का एक दाता सो मैं बिसरना। भागा वालिया भलिया वाहिगुरु का तेरी जिंदगी का असली आसरा ये मैनू पता किथों लग्या गुरु नानक के चरणों दे विच। मैं तो एवें भटकदा रहा। अज दुनिया के विच असीं दुखी पता क्यों आ? ਉਹਦਾ ਕਾਰਨ ਪਤਾ ਕੀ ਹੈ? ਕਿਉਂਕਿ ਅਸੀਂ ਰੱਬ ਜੀ ਤੋਂ ਬਿਨਾਂ, ਵਾਹਿਗੁਰੂ ਜੀ ਤੋਂ ਬਿਨਾਂ, ਗੁਰੂ ਨਾਨਕ ਤੋਂ ਬਿਨਾਂ ਅਸੀਂ ਦੂਜੇ ਤੀਜੇ ਥਾਂ ਜਾ ਕੇ ਆਸਰੇ ਭਾਲਦੇ। ਜਦੋਂ ਤੱਕ ਅਸੀਂ ਗੁਰੂ ਨਾਨਕ ਦੇ ਦਰ ਦੇ ਨਾਲ ਨਹੀਂ ਜੁੜਦੇ ਸਾਨੂੰ ਸੱਚਾ ਆਸਰਾ ਨਹੀਂ ਮਿਲਦਾ। ਬਾਬਾ ਆਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਨੇ जिन्ने भी गाहक सच दे, जिन्ने भी गाहक सुख दे आए, बाबा आनंद सिंह जी, बाबा ईशर सिंह जी महाराज ने या उन्हां दे अगे सेवादारां ने सब नूं गुरु नानक दी हट दे नाल जोड़िया। इसे करके नानक सर कहा जाता है। नानक सर भाव की गुरु नानक दा सरोवर, जिथे किसी का तन आके इशनान कर लेंदा ओदा तन पवित्र हो जाता। किसी का मन आके गुरु नानक दे सरोवर में इशनान कर लेंदा ओदा मन पवित्र हो जाता। क्योंकि बाबा जी उन्होंने तो गुरु नानक तो बिना कोई गल कीती नहीं। रोम रोम के विचों ही गुरु नानक गुरु नानक गुरु नानक के दर्शन ते गुरु नानक की आवाज आउंदी सी। असी भी अरदास करिए, असी भी जोदरी करिए कि हे सच्चे पातशाह मेहरबान करो, दर्श करो, सानू तेरे दर तो सीधी तेरा नाम नाम मिल जाए, तेरे घर का भरोसा मिल जाए, तेरे घर का प्यार मिल जाए, तेरे घर दे तक पहुंचने की जुगती मिल जाए, व्योंत मिल जाए, उन्होंने पूर्ण महापुरखों की संगत मिल जाए जेड़े तेरे दर दे नाल तेरे चरणों दे नाल जुड़े। उन्हां तो बचा के रखी जेड़े तेरे दर नाल तोड़ के सानू विद्या चोली चलाते हैं। उन्हां तो बचा के रखी जेड़े तेरे दर दे नाल प्यार की थां ते शंका ते दुविधा पा लेंदे। क्योंकि ये भी अज दुविधा दे मनमुखता ते दुविधा दी जहर है ना, उन्होंने गुरु नानक दे दर नाल तोड़ रही, अंदरों प्यार की थां ते शंके पैदा कर रही, प्यार की थां ते उत्ते गुरु की सिक्खी तो दूर कर रही है। अरदास करिए कि सेव प्यारे वीर जिन्हां मिलिया तेरा नाम दिता, मैनूं उन्हां दे दर्शन होण जेड़े तेरे चरणों के नाल जुड़े हैं। मेरा उन्हां दे नाल प्यार होवे सच्चे पातशाह जेड़े तेरे उत्ते भरोसा ते तेरे उत्ते इन्ना इतबार करी बैठे ने कि जेड़े यही गल कहंदे ने मैनूं दुनिया दी प्रतीत नहीं, मैनूं गुरु नानक दे चरणों की प्रतीत। सानूं उन्हां दी संगत मिले, सानूं उन्हां दा आसरा मिले, क्योंकि कच्चड़ियां सो तोड़ ढूंढ सजन संत। मैं कच्चियां दा आसरा नहीं लेना, मैं पक्कियां दे सहारे इस भाव सागर तो पार होना, कच्चियां दे आसरे रहांगा। अज भी डूबा, कल भी डूबा, इस करके मेरी कौम अज डूब रही है। गुरु नानक दी सिੱਖੀ नूं अज कुछ लोकां वल्लों डोबण दी कोशिश की है। आओ धन गुरु नानक दे चरणां नाल जुड़िए, वाहिगुरु जी दी बंदगी करिए ते गुरु नानक दे प्यारिआं नाल संगत करके साखियां सुन के आओ गुरु नानक दे प्यार विच जीवीए। बहुत बहुत धन्यवाद।
नानक दा जिन्होंने दर्श किया ਤੁਹਾਡੇ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਬਾਬਾ ਨੰਦ ਸਿੰਘ ਜੀ, ਬਾਬਾ ਈਸਰ ਸਿੰਘ ਜੀ ਦੀ ਮਹਾਨ ਪ੍ਰੇਰਣਾ ਹੈ। ਧੰਨਵਾਦ ਮੇਰੇ ਸੱਚੇ ਸਾਈਆਂ ਦਾ, ਸੰਗਤ ਦਾ ਬਹੁਤ ਬਹੁਤ ਧੰਨਵਾਦ। ਪਰਿਵਾਰ ਦਾ ਪਿਆਰ ਵਾਲੀ ਫੈਮਿਲੀ ਹੈ, ਪਿਆਰ ਵਾਲਾ ਪਰਿਵਾਰ ਹੈ ਬਾਬਾ ਜੀ ਦੇ ਘਰ ਦਾ। ਬਹੁਤ ਬਹੁਤ ਧੰਨਵਾਦ ਉਹਨਾਂ ਦਾ। बाबा लखमीर सिंह जी ठाठ बड़ैच के सारे जत्थेदार घर घर अंदर धर्मशाला वाले इस मिशन के अंदर, क्योंकि असीं तां जिहड़ा मिशन भी रखिया बाबा ईसर सिंह जी प्रचार मिशन, क्योंकि जिन्ना भी बाग लाया सी बाबा नंद सिंह जी ने, ਉਹਦੀ ਮਹਿਕ ਪੂਰੇ ਸੰਸਾਰ ਪੂਰੇ ਬ੍ਰਹਿਮੰਡ ਵਿੱਚ ਬਾਬਾ ਈਸ਼ਰ ਸਿੰਘ ਜੀ ਨੇ ਪਹੁੰਚਾਇਆ। ਸੋ ਬਾਬਾ ਈਸ਼ਰ ਸਿੰਘ ਜੀ ਦਾ ਤਰਸ ਹੈ, ਨਿਮਾਣਿਆਂ ਨਿਆਣਿਆਂ ਦੀ ਅਗਲਿਆਂ ਦੀ ਸੇਵਾ ਲੈ ਰਹੇ ਹਨ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਦੀ ਬਾਣੀ ਤੇ ਗੁਰੂ ਨਾਨਕ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ। ਭੁੱਲਾਂ ਚੁੱਕਾਂ ਦਾਸ ਦੇ ਨਿਆਣੇ ਕੁਝ ਦੀ ਝੋਲੀ ਪਾ ਦੇਣੀਆਂ, ਸ਼ੁਭ ਬਚਨ ਪੱਲੇ ਬੰਨ ਕੇ ਗੁਰੂ ਨਾਨਕ ਦੇ ਘਰ ਨਾਲ ਜੁੜੀਏ, ਆਪ ਧਰੀਏ, ਦੂਜਿਆਂ ਨੂੰ ਧਾਰੀਏ, ਆਪ ਜੁੜੀਏ।